ਤੁਸੀਂ ਵੀ ਕਿਸਾਨ ਪਰਿਵਾਰ ਚੋਂ? ਹਾਂਜੀ ਕਿਸਾਨ ਪਰਿਵਾਰ ਚੋਂ ਜੀ। ਫਿਰ ਵੀ ਸਪੋਰਟ ਕਰਦੇ ਹੋ ਤੁਸੀਂ? ਹਾਂਜੀ ਸਪੋਰਟ ਕਰਦੇ ਹਾਂ ਜੀ। ਠੀਕ ਹੈ। ਕੰਮ ਵੀ ਜੇ ਕੰਮ ਬੋਲਦੇ ਨੇ, ਕੰਮ ਦੇ ਹਿਸਾਬ ਨਾਲ ਕਰਦੇ ਜੀ। ਸੀ? ਮੇਰੇ 1.5 ਸਾਲ ਹੋ ਗਏ ਖਾਤਾ ਬੰਦ ਪਏ, 1.5 ਸਾਲ ਹੋ ਗਏ ਸੈਲਰੀ ਫਸੀ ਨੂੰ। ਇਹਨਾਂ ਨੇ ਕੱਲ ਮੇਰਾ ਖਾਤਾ ਖਲਾਇਆ जाके। ठीक है जी। ये दुगल साहब की पीए ने उन्होंने खिलाया खाता मेरा। बिलोंग करता हूँ, तो हमारे गांव में जब चेक बढ़ते थे ना, तो 2-2, 3-3, 5-5 रुपए के बढ़ते थे, और वो भी चौक के ऊपर आकर के बढ़ते थे। और अब देख लीजिए हर एक आदमी के खाते में, अब जैसे हमारा छोटा सा गांव है बहुत बड़ा, उसमें भी 8-8, 10-10 करोड़ रुपए बीमा और मुआवजा आता है। तो ये सरकार तो देखो हित में चल रही है। और बाकी पॉलिसियाँ आप वो मोदी जी के 11 साल संकल्प से सीधी तक के, उसमें आप देख लो सारी फैसिलिटियाँ जो दी है वो सारी उसमें ऐसा है जी। बीजेपी एक ऐसी पार्टी है जो सबका साथ, सबका विश्वास, सबका प्रयास और सबका विश्वास उस विचारधारा को लेकर चल रही है, तभी तो लोग वोट दे रहे हैं ना। कांग्रेस के सपने थे भी 70+ सीटें लेकर के बैठी थी कि हमारे तो 70+ सीटें आएगी, और रेस्ट हाउस में जाकर के चंडीगढ़ भी कब्जे कर लिए थे, और बाद में पता चला कि बहुमत तो बीजेपी का है। तो जनता जनार्दन होती है, जनता का जो निर्णय होता है वो सिरों माथे रखना होता है, और सरकार बीजेपी की इसलिए बनी भी जनता ने समर्थन दिया। ਸਤਿ ਸ਼੍ਰੀ ਅਕਾਲ ਸਾਥੀਓ, ਅੱਜ ਕਾਲਾਂਵਾਲੀ ਵਿਖੇ ਜਿਹੜੇ ਚੁਣਾਵ ਹੋਣ ਜਾ ਰਹੇ ਨਗਰ ਪਾਲਿਕਾ ਦੇ, ਸੋ ਅਸੀਂ ਵੀ ਪਹੁੰਚੇ ਸੀ ਇੱਥੇ ਦੇਖਣ ਨਾ। ਤੇ ਅਸੀਂ ਹੁਣ ਬੀਜੇਪੀ ਜਿਹੜੀ ਮੌਜੂਦਾ ਸਰਕਾਰ ਜਿਹੜੀ ਹਰਿਆਣੇ ਦੇ ਵਿੱਚ ਬੀਜੇਪੀ, ਉਹਨਾਂ ਦੇ ਆਪਾਂ ਜਿਹੜਾ ਦਫ਼ਤਰ ਬਣਿਆ ਉੱਥੇ ਪਹੁੰਚੇ ਆ। ਕਾਫੀ ਲੋਕ ਇੱਥੇ ਆਏ ਹੋਏ ਨੇ, ਬੀਜੇਪੀ ਦੇ ਸਪੋਰਟਰ ਵੀ ਨੇ ਤੇ ਹੋਰ ਵੀ ਲੋਕ ਇੱਥੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਆ। ਬਾਈ ਜੀ ਕਿੱਥੋਂ ਆਏ ਤੁਸੀਂ? ਰੋੜੀ ਤੋਂ ਹੀ। ਤੇ ਬਾਈ ਜੀ ਤੁਸੀਂ ਬੀਜੇਪੀ ਦੇ ਸਪੋਰਟਰ ਹੋ? ਹਾਂਜੀ ਸਪੋਰਟਰ ਜੀ। ਬਾਈ ਜੀ ਬੀਜੇਪੀ ਦੀ ਸਪੋਰਟ ਕਿਉਂ ਕਰਦੇ ਹੋ? ਬੀਜੇਪੀ ਦੇ ਖਿਲਾਫ ਕਿਸਾਨ ਬਹੁਤ ਹੋਏ ਬੈਠੇ ਪਏ ਆ। ਕਿਸਾਨ ਤਾਂ ਹੈ ਬਾਈ, ਕਿਸਾਨ ਉਹ ਥੋੜੀ ਗੱਲ ਮੰਨਦੇ ਆ, ਹਾਂ ਪਰ ਕੰਮ ਕਰਦੇ ਵੀਰੇ ਇਹ ਠੀਕ ਹੈ ਕੰਮ ਜੀ। ਆਉਂਦੇ ਨੇ, ਮੇਰਾ ਕੰਮ ਕਰਿਆ ਨੇ। ਠੀਕ ਹੈ ਜੀ। ਹਾਂਜੀ ਬਾਈ ਜੀ ਜਿਵੇਂ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਨਾ, ਹਾਂਜੀ ਬੀਜੇਪੀ ਦੇ ਲੀਡਰਾਂ ਦਾ ਕੀ ਹਾਲ ਕੀਤਾ ਪਿੱਛੇ ਜੇ ਹੰਸ ਜੀ ਵੋਟਾਂ ਵਿੱਚ ਜਦੋਂ ਖੜੇ ਹੋਏ ਤਾਂ ਹਾਂਜੀ। ਉਹਨਾਂ ਨੂੰ ਮਾਵਾਂ ਭੈਣਾਂ ਤੱਕ ਦੀਆਂ ਗਾਲਾਂ ਕੱਢੀਆਂ ਗਈਆਂ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਤੁਸੀਂ? ਭਾਈ ਮਾੜਾ ਕਿਸੇ ਨੂੰ ਗਾਲ ਕੱਢਣੀ ਤਾਂ ਬਹੁਤ ਗਲਤ ਗੱਲ ਆ, ਗਾਲ ਤਾਂ ਨਹੀਂ ਕੱਢੋ, ਪਿਆਰ ਨਾਲ ਉਹਨੂੰ ਮੰਨ ਕੇ ਚੱਲ, ਕੋਈ ਗੱਲ ਆ ਕੋਈ ਮਸਲਾ ਉਹਨੂੰ ਬਹਿ ਕੇ ਚੱਲ ਜਾਓ, ਗਾਲ ਤਾਂ ਨਹੀਂ ਦੇਣੀ, ਗਾਲ ਤਾਂ ਬਹੁਤ ਗਲਤ ਗੱਲ। ਤੁਹਾਡੇ ਮੁਤਾਬਕ ਬੀਜੇਪੀ ਕਿਵੇਂ ਸਹੀ ਆ? ਬੀਜੇਪੀ ਭਾਈ ਜੀ ਕੰਮ ਮੇਰੇ ਖਾਤਾ ਸੀਗਾ ਬੰਦ ਪਿਆ 1.5 ਸਾਲ ਤੋਂ, ਠੀਕ ਆ, ਹਾਂ ਤੇ ਦੁੱਗਲ ਸਾਹਿਬ ਦੇ ਪੀਏ ਨੇ ਕਹਿ ਕੇ ਖਲਵਾਇਆ, ਠੀਕ ਆ। ਤੇ 1.5 ਸਾਲ ਦੀ ਮੇਰੀ ਸੈਲਰੀ ਫਸੀ ਪਈ ਸੀ, ਠੀਕ ਆ, ਜੀ ਮੈਂ ਪੁਲਿਸ ਡਿਪਾਰਟਮੈਂਟ ਚ ਵੀ ਜੀ ਠੀਕ ਹੈ ਪੰਜਾਬ ਦੀ, ਠੀਕ ਹੈ। ਤੇ ਮੈਂ ਕਿਉਂ ਨਾ ਵੋਟ ਪਾਉਂ, ਰੋੜੀ ਮੇਰੀ ਰਿਆਸਤ ਆ, ਰੋੜੀ ਵੋਟ ਪਾ, ਠੀਕ ਆ ਬਣੀ। ਲੋਕਾਂ ਨੂੰ ਕੀ ਅਪੀਲ ਕਰਦੇ ਹੋ? ਲੋਕਾਂ ਨੂੰ ਇਹ ਅਪੀਲ ਕਰਦਾ ਬਾਈ ਜੀ ਵੀ ਟੀਚੂ ਪ੍ਰਧਾਨ ਜਿਹੜੇ ਹੈਗੇ ਨੇ ਇਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ। ਤੁਸੀਂ ਵੀ ਕਿਸਾਨ ਪਰਿਵਾਰ ਚੋਂ? ਹਾਂਜੀ ਕਿਸਾਨ ਪਰਿਵਾਰ ਚੋਂ ਜੀ। ਫਿਰ ਵੀ ਸਪੋਰਟ ਕਰਦੇ ਹੋ ਤੁਸੀਂ? ਹਾਂਜੀ ਸਪੋਰਟ ਕਰਦੇ ਹਾਂ ਜੀ। ਠੀਕ ਹੈ। ਕੰਮ ਵੀ ਜੇ ਕੰਮ ਬੋਲਦੇ ਨੇ, ਕੰਮ ਦੇ ਹਿਸਾਬ ਨਾਲ ਕਰਦੇ ਜੀ। ਮੇਰੇ 1.5 ਸਾਲ ਹੋ ਗਏ ਖਾਤਾ ਬੰਦ ਪਏ, 1.5 ਸਾਲ ਹੋ ਗਏ ਸੈਲਰੀ ਫਸੀ ਨੂੰ। ਇਹਨਾਂ ਨੇ ਕੱਲ ਮੇਰਾ ਖਾਤਾ ਖਲਾਇਆ जाके। ਠੀਕ ਹੈ ਜੀ। ਜੇ ਦੁਗਲ ਸਾਹਿਬ ਦੇ ਪੀਏ ਨੇ ਉਹਨਾਂ ਨੇ ਖਲਾਇਆ ਖਾਤਾ ਮੇਰਾ। ਠੀਕ ਹੈ ਜੀ। ਸਰ ਕੀ ਨਾਮ ਆ ਤੁਹਾਡਾ? ਪਰਿਚੈ ਦਿਓ ਤੁਹਾਡਾ। रवि लड्डा, इलाहाबाद पूर्व चेयरमैन नगर पालिका इलाहाबाद। ਅੱਜ ਤੁਸੀਂ ਇੱਥੇ ਕਾਲਾਂਵਾਲੀ ਆਏ ਹੋ, ਕੀ ਕਹਿਣਾ ਚਾਹੁੰਦੇ ਹੋ? भारतीय जनता पार्टी के पक्ष में ये टिस्सू प्रधान जी को जी अच्छे वोटों से जिताएं जी और भारतीय जनता पार्टी को मजबूत करें। जी। धन्यवाद। ਸੋ ਸਾਥੀਓ ਇੱਥੇ ਸਾਡੇ ਨਾਲ ਵਿਜੀਲੈਂਸ ਮੋਨੀਟਰਿੰਗ ਕਮੇਟੀ ਦੇ ਚੇਅਰਮੈਨ ਗਣੇਸ਼ ਚਾਵਰੀਆ ਜੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਸਰ ਕਿਵੇਂ ਦੇਖਦੇ ਹੋ ਤੁਸੀਂ ਇੱਥੇ ਅੱਜ ਸਪੋਰਟ ਕਰਨ ਆਏ ਹੋ ਟਿਸ਼ੂ ਪ੍ਰਧਾਨ ਜੀ ਦੀ ਕਾਲਾਂਵਾਲੀ ਵਿਖੇ? ऐसा है जी, ये जो भाजपा की जो सरकार है वो ट्रिपल इंजन की सरकार कालांवाली में बढ़ने जा रही है, जी और टिशू प्रधान प्रचंड बहुमत के साथ जीतेंगे। जी। इन 3-4 दिनों के अंदर काफ़ी प्रोग्रेस हुई, पहले थोड़ा ढीला था इलेक्शन, जी। अभी काफ़ी सुधार है, और लगभग मान के चलिए कि जीत क्लियर है। ਸਰ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਬੀਜੇਪੀ ਦਾ ਵਿਰੋਧ ਕਰ ਰਹੇ ਨੇ, ਉਹ ਕਹਿੰਦੇ ਵੀ ਕਿਸਾਨਾਂ ਵਾਸਤੇ ਮਾਰੂ ਸਰਕਾਰ ਆ, ਪਰ ਅਸੀਂ ਹੁਣ ਹਰਿਆਣੇ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਬਹੁਤ ਵਧੀਆ ਸਰਕਾਰ ਆ। ਤੁਸੀਂ ਕਿਵੇਂ ਦੇਖਦੇ ਹੋ? देखिए जी, किसानों के हित में ये सरकार है। पुराने समय का टाइम देख लीजिए और आज का टाइम देख लीजिए कि पुराने समय में ना हमारे, जैसे मैं गांव से बिलोंग करता हूँ, तो हमारे गांव में जब चेक बढ़ते थे ना, तो 2-2, 3-3, 5-5 रुपए के बढ़ते थे, और वो भी चौक के ऊपर आकर के बढ़ते थे। और अब देख लीजिए हर एक आदमी के खाते में, अब जैसे हमारा छोटा सा गांव है बहुत बड़ा, उसमें भी 8-8, 10-10 करोड़ रुपए बीमा और मुआवजा आता है। तो ये सरकार तो देखो हित में चल रही है। और बाकी पॉलिसियाँ आप वो मोदी जी के 11 साल संकल्प से सीधी तक के, उसमें आप देख लो सारी फैसिलिटियाँ जो दी है वो सारी उसमें बहुत बढ़िया सरकार है।
ਹਰਿਆਣੇ ਦੇ ਕਿਸਾਨਾਂ ਨੇ ਵੀ ਵਿਰੋਧ ਕੀਤਾ ਸੀਗਾ ਬੀਜੇਪੀ ਦਾ, ਪਰ ਫਿਰ ਵੀ ਬਹੁਤ ਵਧੀਆ ਬਹੁਮਤ ਦੇ ਨਾਲ ਸਰਕਾਰ ਬਣੀ ਹੈ ਹਰਿਆਣਾ ਦੇ ਵਿੱਚ। ਕਿਵੇਂ ਦੇਖਦੇ ਹੋ, ਇਹ ਕਾਂਗਰਸ ਬੀਜੇਪੀ ਦੇ ਕੀਤੇ ਹੋਏ ਕੰਮ ਸੀ ਇਸ ਕਰਕੇ ਬਣੀ ਹੈ? ऐसा है जी, बीजेपी एक ऐसी पार्टी है जो सबका साथ, सबका विश्वास, सबका प्रयास और सबका विश्वास उस विचारधारा को लेकर चल रही है, तभी तो लोग वोट दे रहे हैं ना। जी। कांग्रेस के सपने थे भी 70+ सीटें लेकर के बैठी थी कि हमारे तो 70+ सीटें आएगी, और रेस्ट हाउस में जाकर के चंडीगढ़ भी कब्जे कर लिए थे, और बाद में पता चला कि बहुमत तो बीजेपी का है। तो जनता जनार्दन होती है, जनता का जो निर्णय होता है वो सिरों माथे रखना होता है, और सरकार बीजेपी की इसलिए बनी भी जनता ने समर्थन दिया। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ? ਤੁਹਾਡਾ ਗਵਾਂਢੀ ਸੂਬਾ ਪੰਜਾਬ, ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕਿਵੇਂ ਦੇਖਦੇ ਹੋ ਉਸ ਦੇ ਕੰਮਾਂ ਨੂੰ? आम आदमी के तो जी अब देखो वो नाम की आम आदमी है, नाम का है भी आम आदमी, बाकी तो आप देख रहे हो कि कौन कौन से लोग वहाँ बने बैठे हैं MP MLA, और किसकी चल रही है? जो गरीब आदमी बेचारे MP MLA बने थे उनकी तो चलती नहीं, चलती तो दिल्ली से है सारा सौदा, और दिल्ली में कौन लोग आपको सब पता है। तो आम आदमी नाम की आम आदमी है बस। ਕਾਲਾਵਾਲੀ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ? कालावाड़ी के लोगों को अपील है भी सरकार के साथ जुड़ो, और आज के जो नौजवान युवा बुजुर्ग और जो माताएं बहनें शिक्षित है वो सारी जानती है भी सरकार के साथ ही विकास होता है, और विकास सरकार के साथ होगा तो सरकार को लोग सपोर्ट करेंगे। पहले जैसे यहाँ अपने कालावाड़ी से कांग्रेस के MLA रहे हैं, तो वो तो एक सिरसा और फतेहाबाद एक 2 ऐसे डिस्ट्रिक्ट हैं जहाँ इनकी वेव थी भी कांग्रेस आ रही है, कांग्रेस आ रही है, इस चक्कर में बन गए, अदरवाइज तो टिशू प्रधान श्योर जीत रहा है। ਠੀਕ ਹੈ, ਬਹੁਤ ਬਹੁਤ ਧੰਨਵਾਦ। ਸਾਥੀਓ, ਜਿਵੇਂ ਕਿ ਤੁਹਾਨੂੰ ਦੱਸਿਆ ਕਿ ਕਾਲਾਵਾਲੀ ਵਿਖੇ ਇਲੈਕਸ਼ਨ ਹੋ ਰਹੇ ਆ, ਤੇ ਬੀਜੇਪੀ ਦੇ ਦਫ਼ਤਰ ਦੇ ਮੂਹਰੇ ਖੜੇ ਸੀ, ਤੇ ਬਹੁਤ ਸਾਰੇ ਕਿਸਾਨ ਵੀ ਇੱਥੇ ਜਿਹੜੇ ਆਏ ਹੋਏ ਆ। ਸੋ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ। ਬਾਈ ਜੀ ਕੀ ਹਾਲ ਹੈ? ਠੀਕ ਠਾਕ ਹੋ? बहुत बढ़िया। ਬਾਈ ਜੀ ਅੱਜ ਤੁਸੀਂ ਇੱਥੇ ਸਮਰਥਨ ਕਰਨ ਆਏ ਹੋ ਬੀਜੇਪੀ ਦਾ, ਪਰ ਤੁਸੀਂ ਕਿਸਾਨ ਪਰਿਵਾਰ ਚੋਂ ਹੋ ਨਾ, ਤੁਸੀਂ ਆਫ ਕੈਮਰਾ ਦੱਸਿਆ, ਪਰ ਪੰਜਾਬ ਦੇ ਔਰ ਹਰਿਆਣੇ ਦੇ ਕਿਸਾਨ ਤਾਂ ਬੀਜੇਪੀ ਦਾ ਵਿਰੋਧ ਕਰ ਰਹੇ ਆ, ਪਰ ਤੁਸੀਂ ਅੱਜ ਸਪੋਰਟ ਕਰਨ ਕਿਵੇਂ ਆਏ ਹੋ? ਅਸੀਂ ਸਪੋਰਟ ਇਸ ਕਰਕੇ ਕਰ ਰਹੇ ਹਾਂ ਕਿ ਕਿਸਾਨ ਹੈ ਕਿੱਥੇ ਹੈ ਵੀਰੇ, ਕਿਸਾਨਾਂ ਕੋਲ ਟਾਈਮ ਹੀ ਨਹੀਂ, ਠੀਕ ਹੈ। ਜਿਹੜੇ ਕਿਸਾਨ ਉਹ ਆ 50 ਕਿੱਲੇ ਤੁੱਤੇ ਆ, ਠੀਕ ਹੈ, ਦੂਜਿਆਂ ਨੂੰ ਕਿਸਾਨ ਨਹੀਂ ਸਮਝਦੇ, ਠੀਕ ਹੈ ਜੀ। ਫਿਰ ਬੀਜੇਪੀ ਨੇ ਇਹੋ ਜਿਹੇ ਨਾਲ ਕਿਸਾਨ ਦਾ ਕੀ ਮਾੜਾ ਕੀਤਾ ਜਾਂ ਜਨਤਾ ਜਨਾਰਦਨ ਕੀਤਾ? ਜਿਵੇਂ ਮੰਨ ਲਓ ਹੁਣ ਕਾਂਗਰਸ ਦੇ ਨੇਤਾ ਕਹਿੰਦੇ ਜੀ ਨੈਬ ਸੈਣੀ ਬਹੁਤ ਵਧੀਆ ਸੀਮ ਹੈ ਤਾਂ ਬੀਜੇਪੀ ਦਾ, ਤਾਂ ਕਾਂਗਰਸ ਨੂੰ ਕੀ ਲੋੜ ਹੈ ਤਰੀਕ? ਕੁਛ ਨਾ ਕੁਛ ਤਾਂ ਹੈ। ਇਸ ਕਰਕੇ ਅਸੀਂ ਇਹ ਅਪੀਲ ਕਰਦੇ ਹਾਂ ਕਿ ਬੀਜੇਪੀ ਨੂੰ ਇਹ ਨਾ ਕਹੋ ਵੀ ਗਲਤ ਪਾਰਟੀ ਆ, ਤੁਸੀਂ ਕਾਂਗਰਸ ਹੀ ਵੇਖੋ ਪਿੱਛੇ, ਕਾਂਗਰਸ ਨੇ ਇਹੋ ਜਿਹਾ ਕੀ ਕਰਿਆ? ਕਿੰਨੀਆਂ ਕੁ ਨੌਕਰੀਆਂ ਲਈਆਂ? ਬਾਈ ਪੰਜਾਬ ਦੇ ਕਿਸਾਨ ਕਹਿ ਰਹੇ ਆ ਵੀ ਜਿਹੜੀ ਬੀਜੇਪੀ ਹੈ ਬਹੁਤ ਮਾੜੀ ਆ, ਕਿਸਾਨ ਲੰਮਾ ਸਮਾਂ ਦਿੱਲੀ ਬਾਰਡਰ ਤੇ ਬੈਠੇ ਰਹੇ ਆ। ਤੁਸੀਂ ਸਾਨੂੰ ਦੱਸੋ, ਮੈਂ ਵੀ ਪੰਜਾਬ ਤੋਂ ਹਾਂ, ਮੁਕਤਸਰ ਤੋਂ ਹਾਂ, ਤੁਸੀਂ ਸਾਨੂੰ ਦੱਸੋ ਵੀ ਹਰਿਆਣੇ ਦੇ ਕਿਸਾਨਾਂ ਦਾ ਤੇ ਪੰਜਾਬ ਦੇ ਕਿਸਾਨਾਂ ਦਾ ਕੀ ਫਰਕ ਆ? ਤੁਸੀਂ ਕਿਵੇਂ ਖੁਸ਼ਹਾਲ ਹੋ ਜਾਂਦੇ ਬੀਜੇਪੀ ਸਰਕਾਰ ਨੂੰ ਕਿਸਾਨ ਇੱਕ ਹੀ ਹੈ ਵੀਰੇ, ਕਿਸਾਨ ਹੈ ਹੀ, ਬ੍ਰਦਰ ਨੇ ਸਾਡੇ, ਅਸੀਂ ਉਹਨਾਂ ਦੇ ਭਰਾ ਆ, ਠੀਕ ਹੈ। ਜਿਹੜੇ ਕਿਸਾਨ ਦਾ ਬੇਟਾ ਨੌਕਰੀ ਲੱਗਦਾ, ਠੀਕ ਹੈ, ਉਹ ਕਿਸਾਨ ਵੋਟ ਪਾਵੇ ਨਾ ਪਾਵੇ, ਬੇਟਾ ਤਾਂ ਨੌਕਰੀ ਲੱਗ ਗਿਆ ਨਾ। ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਕਿਸਾਨ ਕੌਣ ਆ? ਕਿਸਾਨ ਹੈ ਹੀ ਪਾਰਟੀਆਂ ਨੇ ਉਹ ਹੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹੈ। ਕੁਛ ਲੋਕ ਆ ਬੀਜੇਪੀ ਸੈਂਟਰ 'ਚ ਹੈ, ਦੱਸੋ ਮੈਨੂੰ ਵੀ ਇੰਨੇ ਕੰਮ ਕਾਂਗਰਸ ਦੀ ਸੈਂਟਰ 'ਚ ਕਦੇ ਨੌਕਰੀ ਲਵਾਈ ਇੱਕ ਸੈਂਟਰ? ਇਹਨਾਂ ਦੇ ਬੇਟੇ, ਇਹਨਾਂ ਦੇ ਪੋਤਰੇ, ਇਹਨਾਂ ਦੇ ਜਿੰਨੇ ਵੀ ਰਿਸ਼ਤੇਦਾਰ ਉਹ ਹੀ ਲੱਗਦੇ ਨੌਕਰੀ। ਸਾਡੇ ਵਰਗਾ ਤਾਂ ਆਮ ਇਨਸਾਨ ਕਦੇ ਨੌਕਰੀ ਲੱਗੀ? ਦੱਸੋ ਸਾਨੂੰ ਵੀ ਇੱਕੋ ਹੀ ਬੱਚਾ ਗਰੀਬ ਘਰ ਦਾ ਨੌਕਰੀ ਲਾਇਆ ਹੋਵੇ ਇਹਨਾਂ ਪ੍ਰਤੀਸ਼ਤਾਂ ਸਰਕਾਰਾਂ ਨੇ। ਤੇ ਅਸੀਂ ਮੁੱਦਾ ਦੱਸਦੇ ਹਾਂ ਵੀ ਬੀਜੇਪੀ ਨੇ ਕਿਹਨੂੰ ਨੌਕਰੀ ਲਾਇਆ ਜਾਂ ਕਿਹਨੂੰ ਨਹੀਂ ਲਾਇਆ। ਅਸੀਂ ਗਰੀਬ ਘਰ ਦੇ ਬੱਚੇ ਲਿਆ ਹੁਣ ਕਿਹੜਾ ਲਾ ਦੇਣਗੇ ਜਿਹੜੇ ਪੜ੍ਹ ਕੇ ਕਿਉਂ? ਇਹ ਤਾਂ ਕੀ ਜੀ ਫਲਾਣੇ ਦਾ ਬੇਟਾ ਜੀ, ਫਲਾਣੇ ਦੇ ਭੂਆ ਦਾ ਮੁੰਡਾ, ਉਹਨੂੰ ਲਾ ਦਿਓ ਸੁਰੱਖਿਆ। ਇਹ ਕਿਹੜੀਆਂ ਸਰਕਾਰਾਂ ਦਾ ਮੰਨ ਲਓ ਅੱਖਾਂ ਖੋਲ੍ਹਣ ਵਾਸਤੇ ਬੀਜੇਪੀ ਸਰਕਾਰ ਇੱਕ ਅੰਤਰਰਾਸ਼ਟਰੀ ਪਾਰਟੀ ਬਣੀ। ਆਮ ਆਦਮੀ ਪਾਰਟੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਪੰਜਾਬ 'ਚ? ਤੁਹਾਡਾ ਗਵਾਂਢੀ ਸੂਬਾ ਪਤਾ ਕੀ ਹੈ ਜੀ, ਪਹਿਲਾਂ ਤਾਂ ਮਾਨ ਸਾਹਿਬ ਬਹੁਤ ਵੱਡੀ ਗੱਲ ਕਰਦੇ ਸੀ, ਹੁਣ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੀਆਂ ਕਰਨ ਲੱਗ ਗਏ। ਕੁਛ ਨਾ ਕੁਛ ਕਰਕੇ ਤਾਂ ਦਿਖਾਉਂਦੇ, 5 ਸਾਲ ਗੱਲਾਂ ਹੀ ਕਰੀਆਂ ਨੇ, ਜੇ ਕੁਛ ਕਰਦਾ ਤਾਂ ਫਿਰ ਅੱਗੇ ਵੀ ਲੋਕਾਂ ਨੂੰ ਠੀਕ ਹੈ। ਮਾਨ ਦੀਆਂ ਗੱਲਾਂ ਨੇ, ਆਮ ਆਦਮੀ ਪਾਰਟੀ, ਆਮ ਬੰਦਾ ਹੋਰ ਵੀ ਪਰੇਸ਼ਾਨ ਹੋ ਗਿਆ ਪੰਜਾਬ 'ਚ। ਪਿਛਲੀਆਂ ਸਰਕਾਰਾਂ ਤੋਂ ਇੰਨਾ ਪਰੇਸ਼ਾਨ ਹੋਇਆ ਕਿ ਆਮ ਆਦਮੀ ਪਾਰਟੀ ਇੱਕ ਵੀ ਕੰਮ ਗਣਾ ਦੇ, ਭਗਵੰਤ ਮਾਨ ਮੇਰੇ ਸਾਹਮਣੇ ਆ ਜਾਏ ਵੀ ਆਪ ਹੀ CM, ਮੈਂ ਸਵਾਲ ਜਵਾਬ ਕਰੂੰਗਾ। ਮੈਂ ਸਾਡੇ ਇੱਥੇ ਦੇ ਜਿਹੜੇ ਕਾਂਗਰਸੀ ਜੇ ਹੈਗੇ ਨੇ ਨੇਤਾ ਨੇ ਉਹਨਾਂ ਨੂੰ ਸਵਾਲ ਜਵਾਬ ਕਰੂੰਗਾ ਵੀ ਪਹਿਲਾਂ ਤਾਂ ਜਾ ਕੇ ਸਰਸੇ ਝਾੜੂ ਕੱਢਦੇ ਸੀ, ਮੈਂ ਨਾਂ ਨਹੀਂ ਲੈਂਦਾ, ਹੁਣ ਝਾੜੂ ਕੋਈ ਵੱਧ ਗਿਆ। ਕਾਂਗਰਸ ਦੇ ਜਿੰਨੇ ਵੀ ਸੀਗੇ ਉਹ ਕਹਿੰਦੇ ਸੀ ਅਸੀਂ ਐਂ ਕਰ ਦਿਆਂਗੇ, ਐਂ ਕਰ ਦਿਆਂਗੇ, 5-7 ਸੀਟਾਂ ਜਿੱਤੀ ਹੈ, ਤਾਂ ਸਰਕਾਰ ਕਿਉਂ ਨਹੀਂ ਹੈ? ਇਹਨਾਂ ਨੂੰ ਪੁੱਛਣਾ ਤੁਸੀਂ ਕਿਸਾਨ ਹੋ, ਕਿਸਾਨ ਹੋਣ ਦੇ ਨਾਂ ਤੇ ਤੁਸੀਂ ਬੀਜੇਪੀ ਪਾਰਟੀ ਨੂੰ ਕਿਵੇਂ ਦੇਖਦੇ ਹੋ? ਚੰਗੀ ਹੈ ਜਾਂ ਮਾੜੀ? ਸਾਡੇ ਵਾਸਤੇ ਬਹੁਤ ਵਧੀਆ ਹੈ ਜੀ। ਦੇਖੋ ਕਿਸਾਨਾਂ ਦਾ ਜਿੰਨਾ ਚਿਰ ਧਰਨਾ ਚੱਲਿਆ ਹੈ, ਕਿਸਾਨ ਉੱਥੇ ਬੈਠੇ ਰਹੇ। ਮੈਂ ਤਾਂ ਇਹ ਕਿਸਾਨਾਂ ਦੇ ਨਾਲ ਹਾਂ, ਇਹ ਗੱਲ ਕਹਿਣਾ ਚਾਹੁੰਦਾ ਵੀ ਉਹਨਾਂ ਚਿਰ ਉੱਠ ਕੇ ਨਾ ਉਹਦੇ ਜਿੰਨਾ ਚਿਰ ਉਹਨੂੰ ਲਿਖਦੇ ਨਹੀਂ ਮਿਲਦਾ। ਗਲਤੀ ਕਿਸਾਨਾਂ ਦੀ ਹੈ, ਸਾਡੇ ਭਰਾਵਾਂ ਦੀ ਵੀ ਹੈ, ਤੇ ਗਲਤੀ ਸਾਡੀ ਵੀ ਹੈ।
ਕਾਲਾ ਵਾਲੀ ਦੇ ਲੋਕਾਂ ਨੂੰ ਕੀ ਅਪੀਲ ਕਰਦੇ? ਮੈਂ ਤਾਂ ਅਪੀਲ ਇਹ ਕਰਦਾ ਜੀ, ਤੁਹਾਡੀਆਂ ਮੰਗਾਂ ਕਾਲਿਆਂ ਵਾਲੀਆਂ ਅੱਗੇ ਲਿਆਉਣ ਵਾਸਤੇ ਤੁਸੀਂ ਵੋਟ ਹੀ ਬੀਜੇਪੀ ਨੂੰ ਪਾਓ ਔਰ अन्य ਪਾਰਟੀ ਦਾ ਖੜੇ ਛੱਡ ਦਿਓ। ਜੇ ਤੁਸੀਂ ਕਿਸਾਨ ਹੋ ਤਾਂ ਦੂਜੀਆਂ ਪਾਰਟੀਆਂ ਨੂੰ ਸਪੋਰਟਾਂ ਕਿਉਂ ਪਾਉਂਦੇ? ਵੋਟਾਂ ਹੀ ਨਾ ਪਾਓ। ਜੇ ਤੁਹਾਨੂੰ ਮੰਨ ਲਓ ਦੂਜੀਆਂ ਪਾਰਟੀਆਂ ਨੂੰ ਸਪੋਰਟ ਕਿਉਂ ਕਰਦੇ? ਤੁਸੀਂ ਕਿਸਾਨ ਨੇਤਾ ਹੋ, ਤੁਸੀਂ ਕਿਸਾਨ ਅੱਡ ਪਾਰਟੀ ਬਣਾਓ ਜਾਂ ਤੁਸੀਂ ਯੂਨੀਅਨ ਬਣਾਓ। ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਝੰਡੇ ਨਾ ਕਾਲੇ ਵਿਖਾਓ, ਆਪਦਾ ਇੱਕ ਮੁੱਦਾ ਰੱਖੋ ਸੰਸਦ ਜਾ ਕੇ। ਜੇ ਆਪਦੇ ਦੇਸ਼ ਨੂੰ ਆਪਾਂ ਮੋਦੀ ਜੀ ਸੀ, ਜੇ ਹੋਰ ਪ੍ਰਧਾਨ ਮੰਤਰੀ ਹੁੰਦੇ ਲੱਗ ਰਹੇ ਆਪਣੇ ਦੇਸ਼ ਦਾ ਬਹੁਤ ਨੁਕਸਾਨ ਹੁੰਦਾ। ਹੁਣ ਪਤਾ ਕਿਉਂ ਜੰਗ ਬਣ ਰਹੀ ਹੈ? ਮੋਦੀ ਦੀ ਸਿਆਣਪ ਕਰ, ਨਹੀਂ ਤਾਂ ਆਪਣਾ ਗਰੀਬ ਜੰਗ ਲੱਗੀ ਰਹਿੰਦੀ, ਆਪਣਾ ਦੇਸ਼ ਗਰੀਬ ਹੋ ਜਾਂਦਾ। ਜੇ ਕੋਈ ਹੋਰ ਪ੍ਰਧਾਨ ਮੰਤਰੀ ਹੋਵੇ ਮੋਦੀ ਦੇ ਥਾਂ ਤੇ, ਜਿਹਨੇ ਆਪਣੇ ਦੇਸ਼ ਦਾ ਜਾਂ ਗਰੀਬ ਦਾ ਬੱਚਾ ਕੋਈ ਨੌਕਰੀ ਨਹੀਂ ਲਾਇਆ। ਕੋਈ ਪਾਰਟੀ ਸਾਈ ਪਰ ਆ ਕੇ ਸਾਨੂੰ ਦੱਸੇ ਵੀ ਗਰੀਬ ਦਾ ਬੱਚਾ ਅਸੀਂ ਨੌਕਰੀ ਲਾਇਆ ਸੀ। ਗਰੀਬ ਤਾਂ ਵਿਚਾਰਾ ਉੱਥੇ ਮੰਨ ਲਓ ਮਜ਼ਦੂਰੀ ਕਰਦੇ ਹੀ ਰਹਿ ਗਿਆ ਸੀ, ਭਾਵੇਂ ਉਹ BA ਪੜ੍ਹਿਆ ਸੀ ਤੇ ਭਾਵੇਂ MA ਪੜ੍ਹਿਆ ਸੀ। ਬਹੁਤ ਮਿਹਰਬਾਨੀ।